असलामुअलैकुम की हाल है सारिਆਂ ਦਾ ठीक ठाक हो सेहत ठीक है। अल्लाह ताला ਤੁਹਾਨੂੰ ਸਭ ਨੂੰ ਆਪਣੇ ਹਿਫਜ਼ ਇਮਾਨ 'ਚ ਰੱਖੇ ਤੇ ਆਪਣੀ ਸਿਹਤ ਦਾ ਖਿਆਲ ਰੱਖਿਆ ਕਰੋ। ਭੈਣਾਂ ਦੀ ਲੋਕ ਸ਼ਾਦੀ ਕਰਦੇ ਤਾਂ ਕਿ ਘਰ ਦਾ ਬੋਝ ਹਲਕਾ ਹੋਵੇ, ਲੇਕਿਨ ਭੈਣਾਂ ਅਗਰ ਰੋਜ਼ ਘਰ ਟੁਰੀਆਂ ਰਹਿਣ ਜ਼ਾਰੀ ਗੱਲ ਹੈ ਤੁਹਾਡੇ ਵਾਸਤੇ ਵੀ ਟੈਨਸ਼ਨ ਹੀ ਬਣਦੀ ਹੈ। ਜਵਾਨ ਕਹਿੰਦਾ ਮੈਂ ਕਾਲਜੂ ਆਇਆ ਤੇ ਅੰਮੀ ਕਹਿੰਦੇ ਜਾ ਕੇ ਭੈਣ ਨੂੰ ਛੱਡਿਆ। ਮੈਂ ਕਿਹਾ ਅੰਮੀ ਮੈਂ ਹੁਣ ਮਸਾਂ ਤੇ ਆਇਆ, ਮੇਰੇ ਕੋਲ ਨਹੀਂ ਜਾਣ ਹੁੰਦਾ। ਕਹਿੰਦਾ ਨਹੀਂ ਪੁੱਤਰ ਇਹਦੀ ਸੱਸ ਦਾ ਫੋਨ ਆਇਆ ਕਿ ਅੱਜ ਹੀ ਛੱਡ ਕੇ ਜਾਓ, ਜਾ ਤੂੰ ਛੱਡਿਆ। ਕਹਿੰਦਾ ਮੈਂ ਕਿਹਾ ਮੈਂ ਨਹੀਂ ਜਾਣਾ। ਕਹਿੰਦਾ ਅੱਬੂ ਜੀ ਉੱਠੇ ਉਹਨਾਂ ਸੱਡੀ ਮੇਰੇ ਚੰਡ ਕੰਨਾਂ ਤੇ। ਕਹਿੰਦਾ ਜਾ ਛੱਡ ਕੇ ਦਫਾ ਹੋ। ਕਹਿੰਦਾ ਮੈਂ ਮੋਟਰਸਾਈਕਲ ਬਾਹਰ ਕੱਢਿਆ, ਨਿੱਕਿਆਂ ਨੂੰ ਅੱਗੇ ਬਾਲਿਆ। ਮੈਂ ਕਿਹਾ ਹਲਾ ਭੇਜੋ ਨੇ। ਕਹਿੰਦਾ ਅੰਮੀ ਆਏ ਬਾਹਰ, ਕਹਿੰਦੇ ਨੇ ਲੈ ਪੁੱਤਰ ਜਾਂਦੇ ਰਾਹ 'ਚ ਫਰੂਟ ਵੀ ਲੈ ਜੀ। ਕਹਿੰਦਾ ਮੈਂ ਕਿਹਾ ਅੰਮੀ ਇਹ ਕਿਹੜੀ ਗੱਲ ਹੈ, ਲੈ ਕੇ ਵੀ ਅਸੀਂ ਆਵੀਏ ਛੱਡ ਕੇ ਵੀ ਅਸੀਂ ਆਵੀਏ, ਕੋਈ ਫਰੂਟ ਵੀ ਖੜੀਏ, ਉਹਨਾਂ ਦੀ ਕੋਈ ਜ਼ਿੰਮੇਵਾਰੀ ਨਹੀਂ। ਕਹਿੰਦਾ ਪੁੱਤਰ ਭੈਣਾਂ ਦੇ ਮਾਮਲੇ 'ਚ ਨਹੀਂ ਬੋਲੀਦਾ, ਚੁੱਪ ਕਰ ਜਾ। ਕਹਿੰਦਾ ਮੈਂ ਮੋਟਰਸਾਈਕਲ ਲਿਆ, ਰਾਹ 'ਚ ਫਰੂਟ ਲਿਆ, ਨਾਲ ਨਿੱਕਿਆਂ ਨੂੰ ਪਾਪੜ ਛਾਪੜ ਲੈ ਕੇ ਦਿੱਤੇ। ਮੈਂ ਸੋਚਿਆ ਸੀ ਕਿ ਦਰਵਾਜ਼ੇ 'ਚ ਵੀ ਮੈਂ ਆ ਜਾਵਾਂਗਾ ਵਾਪਸ। ਕਹਿੰਦਾ ਦਰਵਾਜ਼ੇ 'ਚ ਭੈਣ ਨੂੰ ਲਾਇਆ, ਲਾਨਾ ਪਿਆ ਤੇ ਇਹ ਤੱਕਿਆ ਸਾਹਮਣੇ ਦੀਵਾਰ ਤੇ ਕੁੜੀ ਖਲੋਤੀ ਤੇ ਮੈਨੂੰ ਇੰਝ ਇਸ਼ਾਰੇ ਵੀ ਕਰੇ। ਕਹਿੰਦਾ ਮੈਂ ਤਾਕੇ ਮੰਮੀ ਥੋੜਾ ਖਲੋ ਰਿਹਾ। ਕਹਿੰਦਾ ਭੈਣਾਂ ਦੀ ਆ ਜਾ ਪਾਣੀ ਪੀ ਲੈ। ਕਹਿੰਦਾ ਮੈਂ ਉਹ ਕੁੜੀ ਵੱਲ ਤਾਕੇ ਨਾ ਮੈਂ ਮੋਟਰਸਾਈਕਲ ਸਟੈਂਡ ਤੇ ਖਲਾਇਆ, ਸਿੱਧਾ ਉਹਨਾਂ ਦੇ ਅੰਦਰ ਵੜਿਆ ਤੇ ਸਿੱਧੇ ਛੱਤ ਤੇ ਚੜ੍ਹ ਗਿਆ। ਕਹਿੰਦਾ ਮੇਰੀ ਬੇਵਕੂਫੀ ਅਕਲ ਜਿਸ ਵੇਲੇ ਪੜਦਾ ਪੈ ਜੇ। ਕਹਿੰਦਾ ਮੈਂ ਛੱਤ ਤੇ ਚੜ੍ਹ ਕੇ ਤੱਕਣ ਲੱਗ ਪਿਆ। ਇੰਨੀ ਦੇਰ ਭੈਣ ਦੀ ਸੱਸ ਕਹਿੰਦੀ ਕਿੱਧਰ ਗਿਆ? ਕਹਿੰਦਾ ਛੱਤ ਤੇ ਚੜ੍ਹ ਗਿਆ। ਕਹਿੰਦਾ ਇਹਦਾ ਕਿਹੜਾ ਕੰਮ ਆ ਸਾਡੀ ਛੱਤ ਤੇ ਆਉਂਦਿਆਂ ਚੜ੍ਹ ਜਾਣਾ, ਇਹ ਕਿਉਂ ਚੜਿਆ ਛੱਤ ਤੇ ਹੈ? ਕਹਿੰਦਾ ਅੱਗੂ ਭੈਣ ਮੇਰੀ ਉੱਤੇ ਆਈ, ਕਹਿੰਦੀ ਕਿਉਂ ਮੇਰੀ ਬੇਇੱਜ਼ਤੀ ਕਰਾਉਣ ਲੱਗੇ, ਤੂੰ ਛੱਤ ਤੇ ਕੀ ਕਰਨ ਆਇਆ? ਅੱਗੂ ਕੁੜੀ ਨੂੰ ਤਾਕੇ ਕਹਿੰਦੀ ਇਹ ਤੇ ਹਰ ਬੰਦੇ ਨੂੰ ਵੀ ਇਸ਼ਾਰੇ ਕਰਦੀ ਹੈ ਤੇ ਤੂੰ ਕਿਉਂ ਬੇਇੱਜ਼ਤੀ ਆਪਣੀ ਕਰਾਂ, ਜਾ ਦਫਾ ਹੋ ਘਰ। ਕਹਿੰਦਾ ਉਹਨਾਂ ਪਾਣੀ ਵੀ ਨਾ ਪੁੱਛਿਆ, ਮੈਂ ਚੁੱਪ ਕਰਕੇ ਮੋਟਰਸਾਈਕਲ ਲੈ ਕੇ ਨਿਕਲ ਆਇਆ। ਕਹਿੰਦਾ ਜਿਉਂ ਹੀ ਘਰ ਪਹੁੰਚਿਆ ਤੇ ਅੱਗੇ ਉਹਨਾਂ ਫੋਨ ਵੀ ਕਰ ਦਿੱਤੇ ਆ ਕਿ ਇਸ ਤਰ੍ਹਾਂ ਛੱਤ ਤੇ ਚੜਿਆ ਸੀ, ਸਾਡੇ ਪਿੰਡ ਦਾ ਕਿਹੜਾ ਕੰਮ ਹੈ, ਸਾਡੀ ਬੇਇੱਜ਼ਤੀ ਇਹਨੇ ਕਰਾਈ ਹੈ। ਕਹਿੰਦਾ ਅੱਗੂ ਮੇਰੇ ਕਜ਼ਨ ਨੂੰ ਪਤਾ ਲੱਗ ਗਿਆ। ਕਹਿੰਦਾ ਥੋੜੇ ਦਿਹਾੜੇ ਗੁਜ਼ਰੇ ਤੇ ਮੈਨੂੰ ਪਿੰਡ ਫੇਰ ਜਾਣਾ ਪਿਆ। ਅੰਮੀ ਕਹਿੰਦੇ ਜਾ ਤੂੰ ਜਾ ਕੇ ਨਾ ਪਿੰਡ ਨੂੰ ਫਲਾਣੇ। ਕਹਿੰਦਾ ਕਜ਼ਨ ਨੂੰ ਪਤਾ ਸੀ ਕਿ ਇਹਨੇ ਆਉਣਾ ਪਿੰਡ। ਕਹਿੰਦਾ ਜਿਉਂ ਹੀ ਮੈਂ ਪਿੰਡ ਕੋਲ ਪਹੁੰਚਿਆ ਤੇ ਅੱਗੋਂ ਪਿੰਡ ਦੇ ਮੁੰਡਿਆਂ ਨੇ ਮੈਨੂੰ ਰੋਕ ਕੇ ਮੈਨੂੰ ਕਹਿੰਦੇ ਨੇ ਸਾਈਡ ਤੇ ਲੈ ਗਏ। ਜਾ ਕੇ ਉੱਥੇ ਪੱਬੀ 'ਚ ਖੜ ਕੇ ਕਹਿੰਦਾ ਮੇਰੀ ਉਹਨਾਂ ਟਿੰਡ ਕੀਤੀ, ਮੇਰਾ ਮੂੰਹ ਕਾਲਾ ਕੀਤਾ, ਮੈਨੂੰ ਖੋਤੀ ਤੇ ਬਾਲ ਕੇ ਸਾਰੇ ਪਿੰਡ ਦਾ ਕਹਿੰਦਾ ਚੱਕਰ ਲਵਾਈ ਉਹਨੇ। ਜਿਸ ਵੇਲੇ ਮੇਰੀ ਭੈਣ ਨੂੰ ਪਤਾ ਲੱਗਾ, ਮੇਰੀ ਭੈਣ ਦੌੜਦੀ ਆਈ, ਉਹਨੇ ਫਟਵੜ ਮੈਨੂੰ ਆ ਕੇ ਛਡਾਇਆ। ਕਹਿੰਦਾ ਇਹਨਾਂ ਨੂੰ ਆਖੋ ਅੱਜ ਤੋਂ ਬਾਅਦ ਦਫਾ ਹੋ ਜਾ, ਸਾਡੇ ਪਿੰਡ ਨਾ ਵੜੇ। ਕਹਿੰਦਾ ਮੈਂ ਭੈਣ ਨੇ ਮੂੰਹ ਸ਼ੂ ਧਵਾਇਆ ਮੇਰਾ, ਮੈਨੂੰ ਕਹਿੰਦੇ ਮੋਟਰਸਾਈਕਲ ਲਿਆ ਤੇ ਜਾ ਘਰ ਟੁਰ ਜਾ। ਕਹਿੰਦਾ ਇੰਨੀ ਦੇਰ ਘਰ ਵੀ ਪਤਾ ਲੱਗ ਗਿਆ ਸੀ ਮੇਰੇ ਕਿ ਇਹ ਕੰਮ ਹੋ ਗਏ ਆ। ਕਹਿੰਦਾ ਜਿਵੇਂ ਮੈਂ ਘਰ ਪਹੁੰਚਿਆ ਉਹਨਾਂ ਤੱਕਿਆ ਮੇਰੀ ਟਿੰਡ ਹੋਈ, ਮੂੰਹ ਸ਼ੂ ਤੇ ਮੈਂ ਅੱਗੇ ਧੋ ਲਿਆ ਸੀ। ਕਹਿੰਦਾ ਅੱਬਾ ਜੀ ਨੇ ਮੈਨੂੰ ਵਾੜ ਲਿਆ ਕਮਰੇ 'ਚ, ਦੇ ਮਾਰ 4.5 ਦੇ ਮਾਰ 4.5। ਮੈਂ ਅੱਬਾ ਜੀ ਨੂੰ ਸਮਝਾਇਆ ਕਿ ਅੱਬਾ ਜੀ ਮੇਰੀ ਕੋਈ ਗਲਤੀ ਨਹੀਂ। ਉਹਨਾਂ ਕਿਹਾ ਪੁੱਤਰ ਇਹ ਸਾਰੀਆਂ ਹਰਕਤਾਂ ਤੇਰੀਆਂ ਹੀ ਨੇ, ਤੈਨੂੰ ਬਾਜ਼ ਕਿ ਅੱਜ ਤੋਂ ਬਾਅਦ ਤੂੰ ਮੋਟਰਸਾਈਕਲ ਨੂੰ ਹੱਥ ਨਹੀਂ ਲਾਣਾ। ਕਹਿੰਦਾ ਮੈਂ ਕਿਹਾ ਮੇਰੀ ਤਾਂ ਕੋਈ ਗਲਤੀ ਕੋ ਨਹੀਂ। ਕਹਿੰਦਾ ਪਰ ਉਹਨਾਂ ਕੋਨਾ ਮੇਰੀ ਗੱਲ ਸੁਣੀ। ਦੂਜੇ ਦਿਨ ਮੈਂ ਕਾਲਜ ਕੋਨਾ ਗਿਆ, ਮੁੰਡੇ ਨੇ ਮੈਨੂੰ ਫੋਨ ਕੀਤਾ ਕਿ ਇਹ ਗੱਲ ਹੈ ਅੱਜ ਕਾਲਜ ਨਹੀਂ ਆਇਆ। ਕਹਿੰਦਾ ਯਾਰ ਮੇਰੇ ਨਾਲ ਤੇ ਇਹ ਗੱਲ ਬਣ ਗਈ ਹੈ। ਕਹਿੰਦਾ ਕੋਈ ਸਾਰੇ ਮੁੰਡੇ 40-50 ਮੁੰਡੇ ਸਿੱਧੇ ਮੇਰੇ ਘਰ। ਕਹਿੰਦਾ ਚਲਾ ਤੇਰੇ ਪਿੰਡ ਚਲੀਏ। ਕਹਿੰਦਾ ਮੈਂ ਕਿਹਾ ਨਹੀਂ ਛੱਡੋ ਪਰਾਂ ਯਾਰ, ਮੇਰੀ ਭੈਣ ਉੱਥੇ ਸ਼ਾਦੀ ਹੋਈ ਹੈ, ਨਹੀਂ ਸਹੀ। ਕਹਿੰਦਾ ਨਹੀਂ ਉਹਨਾਂ ਦੇ ਘਰ ਥੋੜ੍ਹੀ ਅਸੀਂ ਜਾਣਾ, ਜਿੰਨਾ ਮੁੰਡਿਆਂ ਤੈਨੂੰ ਮਾਰਿਆ ਉਹਨਾਂ ਨੂੰ ਜਾ ਕੇ ਪੁੱਛਨੇ ਆ। ਕਹਿੰਦਾ ਮੈਂ ਟੁਰ ਗਿਆ ਮੋਟਰਸਾਈਕਲ, ਅਸੀਂ ਲੈ ਜਾ ਕੇ ਉੱਥੇ ਮੁੰਡਿਆਂ ਨੂੰ ਢੂੰਢ ਸਾਰਿਆਂ ਨੂੰ ਲੈ ਗਏ ਉੱਥੇ ਪੱਬੀ। ਕਹਿੰਦਾ ਜਾ ਕੇ ਉਹਨਾਂ ਦੀਆਂ ਟਿੰਡਾਂ ਕੀਤੀਆਂ, ਉਹਨਾਂ ਦੇ ਮੂੰਹ ਕਾਲੇ ਕੀਤੇ, ਜਿਸ ਚੰਗਾ ਉਹਨਾਂ ਨੂੰ ਫੈਂਟਾ ਲਾਇਆ ਨਾ। ਕਹਿੰਦਾ ਸਾਡੀ ਕੋਈ ਗਲਤੀ ਨਹੀਂ ਹੈ, ਤੇਰੇ ਕਜ਼ਨ ਨੇ ਦੱਸਿਆ ਕਿ ਆ ਰਿਹਾ ਤੇ ਇਹਦੇ ਨਾਲ ਇਹ ਕੰਮ ਕਰੋ। ਕਹਿੰਦਾ ਮੈਂ ਫਿਰ ਕਜ਼ਨ ਨੂੰ ਬੁਲਾਇਆ, ਉਹਨੂੰ ਵੀ ਚੰਗਾ ਫੈਂਟਾ ਲਾਇਆ, ਉਹਦੀ ਵੀ ਟਿੰਡ ਕੀਤੀ। ਮੈਂ ਕਿਹਾ ਤੇਰਾ ਵੀ ਇਹ ਹਿੱਸਾ ਤੇਰੇ ਵਾਸਤੇ। ਕਹਿੰਦਾ ਕੁਝ ਵੇਲੇ ਮੇਰੀ ਭੈਣ ਦੀ ਸੱਸ ਨੂੰ ਪਤਾ ਲੱਗਾ, ਉਹ ਕੁੜੀ ਵਾਲਿਆਂ ਦੇ ਘਰ ਗਈ। ਕਹਿੰਦੀ ਜਾਓ ਇਹਨਾਂ ਦੇ ਘਰ ਜਾ ਕੇ ਆਖੋ ਕਿ ਸਾਡੀ ਕੁੜੀ ਬਦਨਾਮ ਹੋ ਗਈ ਹੈ, ਹੁਣ ਅਸੀਂ ਕੁੜੀ ਨੂੰ ਕਿੱਧਰ ਕਰੀਏ। ਕਹਿੰਦਾ ਉਹਨਾਂ ਇਹੀ ਕੰਮ ਕੀਤਾ, ਸਿੱਧੇ ਸਾਡੇ ਘਰ ਆ ਕੇ ਆਖਦੇ ਨੇ ਕਿ ਇਸ ਤਰ੍ਹਾਂ ਤੁਹਾਡੇ ਮੁੰਡੇ ਨੇ ਇਹ ਹਰਕਤ ਕੀਤੀ, ਅਸੀਂ ਤਾਂ ਪੂਰੇ ਪਿੰਡ 'ਚ ਬਦਨਾਮ ਹੋ ਗਏ, ਸਾਡੀ ਕੁੜੀ ਹੁਣ ਕਿਹਦੇ ਨਾਲ ਸ਼ਾਦੀ ਕਰੇਗੀ, ਤੁਸੀਂ ਐਂ ਕੁੜੀ ਨਾਲ ਹੁਣ ਆਪਣੇ ਮੁੰਡੇ ਦੀ ਸ਼ਾਦੀ ਕਰੋ। ਕਹਿੰਦਾ ਅੱਗੋਂ ਅੰਮੀ ਮੇਰੀ ਚੁੱਪ ਕਰ ਗਏ। ਕਹਿੰਦੇ ਸਾਡੇ ਮੁੰਡੇ ਦੀ ਇਹੀ ਹਰਕਤ ਹੈ। ਕਹਿੰਦਾ ਜਿਸ ਮੈਂ ਅੰਮੀ ਨੂੰ ਆਖਿਆ ਅੰਮੀ ਕਸਮ ਵਾਲੀ ਗੱਲ ਹੈ ਮੇਰੀ ਕੋਈ ਗੱਲਬਾਤ ਨਹੀਂ। ਉਹਨਾਂ ਆਖਿਆ ਨਾ ਪੁੱਤਰ ਹੁਣ ਤੇਰੀ ਸ਼ਾਦੀ ਇਹਦੇ ਨਾਲ ਹੀ ਹੋਵੇਗੀ। ਕਹਿੰਦਾ ਅੰਮੀ ਇਹ ਤੇ ਹਰ ਬੰਦੇ ਨਾਲ ਲੱਗੀ ਰਹਿੰਦੀ ਹੈ ਤੇ ਤੁਸੀਂ ਇਹਦੇ ਨਾਲ ਮੇਰੀ ਸ਼ਾਦੀ ਕਰੋਗੇ। ਉਹਨਾਂ ਆਖਿਆ ਤੇਰੀ ਸ਼ਾਦੀ ਇਹਦੇ ਨਾਲ ਹੀ ਹੋਣੀ। ਕਹਿੰਦਾ ਉਹਨਾਂ ਸ਼ਾਦੀ ਕਰ ਦਿੱਤੀ। ਕਹਿੰਦਾ ਅੱਗੋਂ ਮੰਮੀ ਗੁੱਸੇ ਨਾਲ ਫਿਰ ਮੈਨੂੰ ਪਤਾ ਸੀ ਕਿ ਇਹਨੇ ਬਾਜ਼ ਨਹੀਂ ਆਉਣਾ। ਕਹਿੰਦਾ ਫਿਰ ਹਰ ਸਾਲ ਮੈਂ ਬੱਚਾ ਕੀਤਾ, ਅੰਮੀ ਦਾ ਮਨਾ ਕੀਤਾ ਕਿ ਬਸ ਕਰ। ਮੈਂ ਕਿਹਾ ਨਹੀਂ। ਕਹਿੰਦਾ 8 ਮੇਰੇ ਬੱਚੇ ਨੇ ਇਸ ਟਾਈਮ। ਕਹਿੰਦਾ ਹਰ ਸਾਲ। ਕਹਿੰਦਾ ਮੈਂ ਕਿਹਾ ਤਾਂ ਕਿ ਇਹਨੂੰ ਹੋਸ਼ ਹੀ ਨਾ ਆਵੇ ਕੋਈ ਇਸ ਤਰ੍ਹਾਂ ਦੀ ਹਰਕਤ ਕਰਨ ਦੀ। ਕਹਿੰਦਾ ਪਰ ਮੇਰੇ ਪੱਲੇ ਪੈ ਗਈ ਸੀ, ਹੁਣ ਮੈਂ ਕੀ ਕਰਨਾ ਸੀ। ਕਹਿੰਦਾ ਹੁਣ ਵੀ ਉਹ ਮੇਰੀ ਬੀਵੀ ਹੈ ਤੇ ਮੇਰੇ ਤੇ ਪੱਲੇ ਪਈ ਹੈ, ਇਸ ਵਾਸਤੇ ਕੋਈ ਵੀ ਹਰਕਤ ਕਰੋ ਜ਼ਰਾ ਸੋਚ ਸਮਝ ਕੇ ਕਰੋ ਤਾਂ ਕਿ ਤੁਹਾਡੀ ਬਦਨਾਮੀ ਨਾ ਆਵੇ। ਬਦਨਾਮੀ ਕਰਦੇ ਹੋ ਆਪਣੀ ਤੇ ਜ਼ਾਹਰੀ ਗੱਲ ਆ ਤੁਹਾਡੇ ਨਾਲ ਇਹ ਸਜ਼ਾ ਵੀ ਦੀ ਲੱਭ ਸਕਦੀ ਹੈ, ਤੁਹਾਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਜ਼ਾਹਰੀ ਗੱਲ ਆ ਤੁਹਾਨੂੰ ਸਜ਼ਾ ਮਿਲਣੀ ਹੁੰਦੀ ਹੈ। ਤੇ ਅਗਰ ਮੇਰੀ ਵੀਡੀਓ ਅੱਛੀ ਲੱਗੀ ਹੋਵੇ ਤਾਂ ਪਲੀਜ਼ ਲਾਈਕ ਕਰਿਆ ਕਰੋ, ਕਮੈਂਟਸ ਕਰਿਆ ਕਰੋ, ਸਬਸਕ੍ਰਾइब ਕਰਦੇ ਹੋ ਤੇ ਦਿਲ ਖੁਸ਼ ਹੁੰਦਾ। ਬਾਕੀ ਦੁਆਵਾਂ 'ਚ ਯਾਦ ਰੱਖਿਓ, ਆਪਣੀ ਸਿਹਤ ਦਾ ਖਿਆਲ ਰੱਖਿਆ ਕਰੋ। ਅੱਲਾ ਹਾਫਿਜ਼।